ਰਾਮਗੜ੍ਹ ਬਰਨਾਲਾ ਦੀਆਂ ਸਮੂਹੀ ਨਗਰ ਸੰਗਤਾਂ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ। ਰਾਮਗੜ੍ਹ ਤੋਂ ਸਿੱਧਾ ਪ੍ਰਸਾਰਣ ਲਾਈਵ ਸਮੂਹ ਸੰਗਤਾਂ ਦੇ ਲਈ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣੀ ਦੇ ਵਿੱਚ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, सतगुर की सेवा सफल है जे को करे चित लाए। सतगुरु जी ने फरमान किया है कि जिन्हां संगतां ने उस अकाल पुरख वाहिगुरु परमात्मा जी दे गुरु दे द्वारे दी गुरु दी सेवा की है, मन ला के जिन्हां ने सेवा की है, महाराज जी फरमान करते हैं, कहते वो सेवा सफल होंदी है। सतगुरु सच्चे पातशाह धन साहिब श्री गुरु अंगद देव साहिब महाराज जी उन्हां दे समय दे विच भाई योधा जी होए ने। भाई योधा जी उन्होंने गुरु अंगद देव साहिब महाराज जी दे नगर खंडूर साहिब उत्थे लंगर दे विच उन्होंने सेवा की है। पर साध संगत जी महाराज जी ने सानू गुरबाणी दे विच नाल नाल सानू गुरबाणी विचारण दे विच ये भी बड़ा समझान किया है कि जद असी गुरु की सेवा करिए, मन ला के सेवा करिए, तो महाराज जी कहते ने हौमे हंकार क्रोध कहते इन्हां तो बचना बड़ा जरूरी है। कहते जिस मनुख दे अंदर हौमे हंकार ते क्रोध दा जिहड़ा शैतान कहते वो अंदर वस गया, तो कहते वो सारी सेवा जिहड़ी है कीती सेवा वो नेफल हो जाती है। हुण सतगुरु सच्चे पातशाह दूजी पातशाह गुरु अंगद देव साहिब महाराज जी दे लंगरां दी सेवा दे विच भाई योध जी होए ने। उन्हां दे मन दे विच एक जिहड़ा हंकार दा जिहड़ा वो शैतान अंदर वसिया होया है। ते साध संगत जी गुरु अंगद देव साहिब महाराज जी दया दे सागर कहंदे ने जदों सतगुरु सच्चे पातशाह गुरु अंगद देव साहिब महाराज जी उन्हां दा दरवाज़ा जिहड़ा घर दा दरवाज़ा खुलदा है, ते अनेकां जिहड़ियां संगतां दीयां कतारां बणीਆਂ ने, लाइनां बणीਆਂ ने, जिन्हां संगतां ने गुरु अंगद देव साहिब महाराज जी दे दर्शन कर लए ने, वो रोगां तो रहत हो जाते सन। ते साध संगत जी सतगुरु जी का फरमान है, सो कहो अटल गुर सेवियै अहनस सहज सुभाए। महाराज जी फरमान करते ने दर्शन परसिए गुरु कै जन्म मरण दुख जाए। ते साध संगत जी जद भाई जोध जी ने गुरु अंगद देव साहिब महाराज जी दे दर्शन कीते ने, ते कहंदे ने निमरता दे नाल उन्हां दा जिहड़ा मन है वो बदल गया। हुण भाई जोध जी उन्हां ने गुरु दे लंगरां दे विच सेवा करनी, सब्जी दाला बनाउण दी सेवा करनी। हुण एक दिन
ਗੁਰੂ ਦੇ ਦੀਵਾਨ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਹੈ। ਅਨੇਕਾਂ ਸੰਗਤਾਂ ਬੈਠੀਆਂ ਨੇ ਤੇ ਉੱਥੇ ਭਾਈ ਜੋਧ ਜੀ ਵੀ ਪਹੁੰਚੇ ਨੇ। ਉਹਨਾਂ ਨੇ ਗੁਰੂ ਸਾਹਿਬਾਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਜਦ ਦਰਸ਼ਨ ਕੀਤੇ ਨੇ ਤੇ ਦੇਖਿਆ ਸਮਾਪਤੀ ਤੋਂ ਉਪਰੰਤ ਸੰਗਤਾਂ ਗੁਰੂ ਦੇ ਲੰਗਰ ਦੇ ਵਿੱਚ ਬੈਠੀਆਂ ਪ੍ਰਸ਼ਾਦਾ ਛਕ ਰਹੀਆਂ ਨੇ। ਗੁਰਬਾਣੀ ਸਰਵਣ ਕੀਤੀ, ਵਿਚਾਰਾਂ ਗੁਰੂ ਸਾਹਿਬਾਨ ਜੀ ਦੀਆਂ ਸਰਵਣ ਕੀਤੀਆਂ ਨੇ ਤੇ ਜਦ ਪ੍ਰਸ਼ਾਦਾ ਛਕਣ ਦਾ ਸਮਾਂ ਆਇਆ ਤੇ ਸਾਧ ਸੰਗਤ ਜੀ ਉਹਦੇ ਮਨ ਦਾ ਜਿਹੜਾ ਸ਼ੈਤਾਨ ਸੀ, ਅੰਦਰੋਂ ਆਵਾਜ਼ ਆਈ ਕਿ ਤੂੰ ਤੇ ਬ੍ਰਾਹਮਣ ਹੈ ਤੇ ਫਿਰ ਹੁਣ ਇੱਥੋਂ ਪ੍ਰਸ਼ਾਦਾ ਛਕੇਂਗਾ। ਹੁਣ ਸਾਧ ਸੰਗਤ ਜੀ ਕੀ ਕੌਤਕ ਉੱਥੇ ਹੋ ਰਿਹਾ ਹੈ। ਅੰਦਰੋਂ ਜਿਹੜਾ ਮਨ ਦਾ ਸ਼ੈਤਾਨ ਹੈ ਉਹ ਹਜੇ ਬ੍ਰਾਹਮਣਵਾਦ ਦੇ ਵਿੱਚ ਚੱਲ ਰਿਹਾ ਹੈ ਤੇ ਪਰ ਹੁਣ ਜਿਹੜਾ ਬਾਹਰੋਂ ਜਿਹੜਾ ਸਰੀਰ ਹੈ ਉਸ ਪੱਖੋਂ ਗੁਰੂ ਦਾ ਸੇਵਾਦਾਰ ਤੇ ਸਿੰਘ ਹੈ। ਹੁਣ ਜਦ ਇਹ ਸਭ ਕੁਝ ਭਾਈ ਜੋਧ ਦੇ ਨਾਲ ਬੀਤ ਰਿਹਾ ਹੈ, ਗੁਰੂ ਦੇ ਲੰਗਰ ਦੀ ਸੇਵਾ ਕਰਨੀ, ਗੁਰੂ ਦੇ ਦਰਸ਼ਨ ਦੀਦਾਰੇ ਕਰਨੇ ਤੇ ਸਾਧ ਸੰਗਤ ਜੀ ਮਨ ਜਿਹੜਾ ਅੰਦਰੋਂ ਉਸ ਦੇ ਵਿੱਚ ਸ਼ੈਤਾਨ ਵਸਿਆ ਹੋਇਆ ਹੈ। ਹੁਣ ਭਾਈ ਜੋਧ ਜੀ ਗੁਰੂ ਦੇ ਲੰਗਰਾਂ ਦੀ ਸੇਵਾ ਕਰਦੇ ਸਨ। ਦਾਲਾਂ ਸਬਜ਼ੀ ਪ੍ਰਸ਼ਾਦਾ ਆਪ ਬਣਵਾਉਂਦੇ ਸਨ, ਪਰ ਜਦ ਛਕਣ ਦਾ ਸਮਾਂ ਆਉਂਦਾ ਸੀ ਤੇ ਸਾਧ ਸੰਗਤ ਜੀ ਮਨ ਦੇ ਜਿਹੜਾ ਅੰਦਰੋਂ ਆਵਾਜ਼ ਪੈਂਦੀ ਕਿ ਤੂੰ ਬ੍ਰਾਹਮਣ ਹੈ, ਇੱਥੋਂ ਪ੍ਰਸ਼ਾਦਾ ਨਹੀਂ ਛਕਣਾ। ਪਰ ਸਾਧ ਸੰਗਤ ਜੀ ਕੀ ਹੋ ਰਿਹਾ ਹੈ, ਕਾਫੀ ਦਿਨ ਜਿਹੜਾ ਇਹ ਚੱਲਦਾ ਰਿਹਾ ਤੇ ਸਾਧ ਸੰਗਤ ਜੀ ਮਾਤਾ ਖੀਵੀ ਜੀ ਖੰਡੂਰ ਸਾਹਿਬ ਦੇ ਵਿੱਚ ਜਿੱਥੇ ਸੰਗਤਾਂ ਬੜੀ ਸ਼ਰਧਾ ਦੇ ਨਾਲ ਉੱਥੇ ਅੱਜ ਵੀ ਜਿਹੜੀਆਂ ਸੰਗਤਾਂ ਉਹ ਖੀਰ ਦੀ ਸੇਵਾ ਕਰਦੀਆਂ ਨੇ ਤੇ ਮਾਤਾ ਖੀਵੀ ਜੀ ਬੜੇ ਸਤਿਕਾਰ ਵਾਲੇ ਤੇ ਪਿਆਰ ਵਾਲੇ ਸਨ। ਜਿਨ੍ਹਾਂ ਸੰਗਤਾਂ ਨੇ ਸੰਗਤ ਕੀਤੀ ਮਾਤਾ ਖੀਵੀ ਜੀ ਦੀ, ਉਹ ਉਹਨਾਂ ਦੇ ਮਨ ਦੇ ਨਾਲ ਹੀ ਜੁੜੇ ਰਹਿ ਗਏ ਸਨ। ਮਾਤਾ ਜੀ ਦਾ ਬੜਾ ਚੰਗਾ ਸੁਭਾਅ, ਉਹਨਾਂ ਨੇ ਸਭ ਤੋਂ ਪਹਿਲਾਂ ਹੱਥੀਂ ਘਿਓ ਤਿਆਰ ਕਰਨਾ ਤੇ ਫਿਰ ਮਾਤਾ ਜੀ ਨੇ ਆਪਣੇ ਹੱਥੀਂ ਖੀਰ ਤਿਆਰ ਕਰਕੇ ਤੇ ਸੰਗਤਾਂ ਦੇ ਵਿੱਚ ਆਪ ਹੱਥੀਂ ਵਰਤਾਉਣੀ, ਉਹ ਸੇਵਾ ਕਰਦੇ ਸਨ। ਜਦ ਮਾਤਾ ਖੀਵੀ ਜੀ ਨੇ ਭਾਈ ਜੋਧ ਜੀ ਨੂੰ ਬੁਲਾਇਆ, ਉਹਨਾਂ ਨੇ ਕਿਹਾ ਭਾਈ ਜੋਧ ਜੀ ਤੁਸੀਂ ਗੁਰੂ ਦੇ ਲੰਗਰਾਂ ਦੀ ਸੇਵਾ ਕਰਦੇ ਹੋ, ਪਰ ਤੁਹਾਨੂੰ ਕਾਫੀ ਵਾਰ ਦੇਖਿਆ ਹੈ ਕਿ ਤੁਸੀਂ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਛਕਦੇ। ਭਾਈ ਜੋਧ ਜੀ ਨੇ ਜਦ ਦੱਸਿਆ ਕਿ ਮੇਰੇ ਮਨ ਦੇ ਅੰਦਰ ਇੱਕ ਐਸਾ ਸ਼ੈਤਾਨ ਹੈ ਜਿਸ ਨੂੰ ਮੈਂ ਭੁੱਖ ਦੇ ਨਾਲ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਪਰ ਸਾਧ ਸੰਗਤ ਜੀ ਭਾਈ ਜੋਧ ਜੀ ਜਦ ਉਹਨਾਂ ਨੇ ਸੰਗਤਾਂ ਨੂੰ ਪ੍ਰਸ਼ਾਦਾ ਛਕਾਉਣਾ, ਲੰਗਰ ਦੀ ਸੇਵਾ ਕਰਨੀ ਤੇ ਜਿਹੜੇ ਪੱਤਲਾਂ ਦੇ ਵਿੱਚ ਪ੍ਰਸ਼ਾਦਾ ਛਕਾਇਆ ਜਾਂਦਾ ਸੀ, ਬਰਤਨ ਸੀ ਜੋ ਬਣੇ ਹੋਏ ਬਰਤਨ ਸਨ, ਉਹਨਾਂ ਦੇ ਵਿੱਚ ਜਦ ਪ੍ਰਸ਼ਾਦਾ ਛਕਾਇਆ ਜਾਂਦਾ ਸੀ ਤੇ ਉਹਨਾਂ ਦੇ ਵਿੱਚ ਜਿਹੜਾ ਭੋਜਨ ਰਹਿ ਜਾਂਦਾ ਸੀ, ਬਾਅਦ ਵਿੱਚ ਭਾਈ ਜੋਧ ਜੀ ਨੇ ਉਹ ਆਪ ਛਕਣਾ, ਜਿਹਨੂੰ ਅਸੀਂ ਕਹਿ ਦਿੰਦੇ ਕਿ ਥੋੜ੍ਹੀ ਬਹੁਤ ਜਿਹੜੀ ਵਧਿਆ ਜਿਹੜਾ ਪ੍ਰਸ਼ਾਦਾ ਭੋਜਨ ਹੈ ਤੇ ਉਹ ਜਿਹੜੀ ਜੂਠ ਫਿਰ ਉਹ ਭਾਈ ਜੋਧ ਜੀ ਨੇ ਆਪ ਛਕਣੀ। ਭਾਵ ਕਿ ਜਿਹੜਾ ਉਹਦੇ ਮਨ ਦਾ ਅੰਦਰ ਦਾ ਜਿਹੜਾ ਸ਼ੈਤਾਨ ਸੀ
ਉਹਨੂੰ ਖਤਮ ਕਰਨ ਦੇ ਲਈ ਭਾਈ ਯੋਧ ਜੀ ਨੇ ਉਹ ਸਾਰਾ ਜਿਹੜਾ ਥੋੜ੍ਹਾ ਥੋੜ੍ਹਾ ਪ੍ਰਸ਼ਾਦਾ ਉਹਨਾਂ ਥਾਲੀਆਂ ਦੇ ਵਿੱਚੋਂ, ਉਹਨਾਂ ਬਰਤਨਾਂ ਦੇ ਵਿੱਚੋਂ ਛਕਿਆ ਕਰਦੇ ਸਨ, ਕਿ ਜਿਹੜਾ ਉਹਨਾਂ ਦੇ ਮਨ ਦਾ ਅੰਦਰ ਜਿਹੜਾ ਸ਼ੈਤਾਨ ਹੈ ਉਹ ਖਤਮ ਹੋ ਜਾਵੇ। ਭਾਵ ਕਿ ਜਿਹੜਾ ਮਨ ਸੋਚ ਰੱਖ ਕੇ ਬੈਠਾ ਹੈ ਕਿ ਉਹ ਬਾਹਮਣ ਹੈ, ਉਹ ਬ੍ਰਾਹਮਣ ਹੈ, ਤੇ ਉਹਦੀ ਜਿਹੜੀ ਸੋਚ ਹੈ ਉਹ ਉੱਥੇ ਖਤਮ ਹੋ ਜਾਵੇ। ਜਦ ਮਾਤਾ ਖੀਵੀ ਜੀ ਨੇ ਬੁਲਾਇਆ, ਉਹਨਾਂ ਨੇ ਸਾਰੀ ਗੱਲ ਦੱਸ ਦਿੱਤੀ। ਹੁਣ ਬਾਬਾ ਬੁੱਢਾ ਜੀ ਆਏ, ਉੱਥੇ ਬਾਬਾ ਬੁੱਢਾ ਜੀ ਪਹੁੰਚੇ ਨੇ। ਬਾਬਾ ਬੁੱਢਾ ਜੀ ਨੇ ਕਿਹਾ ਕਿ ਭਾਈ ਯੋਧ ਸਿਆਂ, ਗੁਰੂ ਕੇ ਲੰਗਰਾਂ ਦੀ ਸੇਵਾ ਕਰਨ ਦੇ ਬਾਵਜੂਦ ਵੀ ਤੁਸੀਂ ਗੁਰੂ ਦੇ ਜਿਹੜੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਛਕ ਰਹੇ। ਕਹਿਣ ਲੱਗਿਆ, ਬਾਬਾ ਜੀ ਮੇਰੇ ਮਨ ਦੀ ਜਿਹੜੀ ਇਹ ਸੋਚ ਹੈ, ਮੈਂ ਇਹਨੂੰ ਇੱਥੇ ਹੀ ਖਤਮ ਕਰਨਾ ਚਾਹੁੰਦਾ ਹਾਂ। ਕਹਿੰਦਾ ਪਿਆਰ ਹੈ ਅੰਦਰ ਸੰਗਤਾਂ ਦੇ ਪ੍ਰਤੀ, ਇਸ ਕਰਕੇ ਮੈਂ ਗੁਰੂ ਦੀ ਸੇਵਾ ਕਰਦਾ ਹਾਂ, ਪਰ ਜਿਹੜਾ ਮੇਰੇ ਅੰਦਰ ਦਾ ਜਿਹੜਾ ਸ਼ੈਤਾਨ ਹੈ ਉਹ ਮੈਨੂੰ ਟਿਕਣ ਨਹੀਂ ਦੇ ਰਿਹਾ। ਮਾਤਾ ਜੀ ਨੇ, ਮਾਤਾ ਖੀਵੀ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਇਹ ਗੱਲ ਕੀਤੀ। ਕਹਿਣ ਲੱਗੇ ਨੇ ਕਿ ਭਾਈ ਯੋਧ ਜੀ ਗੁਰੂ ਦਾ ਲੰਗਰ ਵੀ ਤਿਆਰ ਕਰਵਾਉਂਦੇ ਨੇ, ਲੰਗਰ ਦੇ ਵਿੱਚ ਸੇਵਾ ਵੀ ਕਰਦੇ ਨੇ, ਤੇ ਸੰਗਤਾਂ ਦੇ ਬਰਤਨਾਂ ਦੀ ਸੇਵਾ ਵੀ ਕਰਦੇ ਨੇ, ਪਰ ਉਹ ਇੱਕ ਜਦੋਂ ਪ੍ਰਸ਼ਾਦਾ ਛਕਣ ਦੇ ਲਈ ਆਪਣਾ ਮਨ ਬਣਾਉਂਦੇ ਨੇ ਤੇ ਮਨ ਦੇ ਅੰਦਰ ਜਿਹੜਾ ਇਹ ਵਹਿਮ ਚੱਲ ਰਿਹਾ ਹੈ ਕਿ ਉਹ ਬ੍ਰਾਹਮਣ ਨੇ, ਪਰ ਸ਼ਰਧਾ ਬੜੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦ ਸਾਰੀ ਗੱਲ ਦੱਸੀ, ਉਹਨਾਂ ਨੇ ਦੱਸਿਆ ਕਿ ਉਹ ਆਪਣੇ ਮਨ ਦਾ ਜਿਹੜਾ ਸ਼ੈਤਾਨ ਉਹਨੂੰ ਖਤਮ ਕਰਨ ਦੇ ਲਈ ਸੰਗਤਾਂ ਦਾ ਜਿਹੜਾ ਝੂਠਾ ਪ੍ਰਸ਼ਾਦਾ ਭੋਜਨ ਹੈ ਉਹ ਛਕਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਭਾਈ ਯੋਧ ਜੀ ਨੂੰ ਮਿਲੇ। ਉਹਨਾਂ ਨੇ ਕਿਹਾ ਕਿ ਭਾਈ ਯੋਧ ਇਹ ਕੀ ਕਰ ਰਿਹਾ ਹੈ? ਸੰਗਤਾਂ ਦਾ ਜਿਹੜਾ ਝੂਠਾ ਭੋਜਨ ਪ੍ਰਸ਼ਾਦਾ ਹੈ ਉਹ ਛਕ ਰਿਹਾ ਹੈ। ਸਤ ਸੰਗਤ ਜੀ, ਇਤਿਹਾਸ ਇਹ ਗਵਾਹ ਹੈ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਇਹ ਬਚਨ ਕੀਤੇ ਤੇ ਭਾਈ ਯੋਧ ਜੀ ਨੇ ਦੱਸਿਆ ਕਿ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਅੰਦਰ ਦਾ ਜਿਹੜਾ ਸ਼ੈਤਾਨ ਹੈ ਉਹ ਇਹ ਕਹਿ ਰਿਹਾ ਹੈ। ਤੇ ਸਾਧ ਸੰਗਤ ਜੀ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਅੱਖਾਂ ਭਰ ਆਏ ਨੇ। ਕਹਿਣ ਲੱਗੇ ਨੇ, ਭਾਈ ਯੋਧ ਜਿਹੜਾ ਹੰਕਾਰ ਹੈ, ਕਹਿੰਦੇ ਤੁਸੀਂ ਉਹਨੂੰ ਤਿਆਗ ਕੇ ਤੇ ਅੰਦਰ ਹਉਮੈ ਪੈਦਾ ਕਰ ਰਹੇ ਹੋ, ਵਹਿਮ ਪੈਦਾ ਕਰ ਰਹੇ ਹੋ। ਕਹਿੰਦੇ ਇਸ ਨੂੰ ਖਤਮ ਕਰਨ ਦੇ ਲਈ ਸਾਨੂੰ ਉਸ ਗੁਰੂ ਦੇ ਲੜ, ਉਸ ਗੁਰਬਾਣੀ ਦੇ ਲੜ ਲੱਗਣਾ ਬੜਾ ਜ਼ਰੂਰੀ ਹੈ। ਭਾਈ ਯੋਧ ਜੀ ਗੁਰੂ ਸਾਹਿਬਾਨ ਜੀ ਦੇ ਨਾਲ ਬਚਨ ਕਰ ਰਹੇ ਨੇ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਦਿਆਲੂ ਨੇ। ਆਪਾਂ ਫੇਰ ਦੁਹਰਾ ਦਈਏ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਜਦ ਦਰਵਾਜ਼ਾ ਖੁੱਲ੍ਹਦਾ ਸੀ ਤੇ ਸੰਗਤਾਂ ਦੀਆਂ ਬੜੀਆਂ ਕਤਾਰਾਂ ਲੱਗੀਆਂ ਹੁੰਦੀਆਂ ਸਨ। ਬੜੇ ਦੀਨ ਦੁਖੀ ਜਿਹੜੇ ਉਹ ਗੁਰੂ ਸਾਹਿਬਾਨ ਜੀ ਦੇ ਦਰਸ਼ਨ ਕਰਨ ਦੇ ਲਈ ਉੱਥੇ ਕਤਾਰਾਂ ਦੇ ਵਿੱਚ ਖੜੇ ਹੁੰਦੇ ਸਨ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਫਿਰ ਸਾਧ ਸੰਗਤ ਜੀ, ਜਿਨ੍ਹਾਂ ਸੰਗਤਾਂ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ, ਉਹਨਾਂ ਦੇ ਰੋਗ ਕੱਟੇ ਜਾਂਦੇ ਸਨ, ਦੁੱਖੜੇ ਕੱਟੇ ਜਾਂਦੇ ਸਨ। ਪਰ ਇੱਧਰ ਹੁਣ ਭਾਈ ਯੋਧ ਜੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੇ ਸਿਰ 'ਤੇ ਹੱਥ ਰੱਖਿਆ, ਸ਼ੀਸ਼ 'ਤੇ ਹੱਥ ਟਿਕਾਇਆ। ਕਹਿਣ ਲੱਗੇ ਨੇ, ਭਾਈ ਯੋਧ ਤੇਰੇ ਅੰਦਰ ਜੋ ਮਰਜ਼ੀ ਚੱਲ ਰਿਹਾ ਹੈ, ਪਰ ਤੂੰ ਗੁਰੂ ਦਾ ਇੱਕ ਸੱਚਾ ਸਿੰਘ ਹਾਂ, ਸਿੱਖ ਹਾਂ ਗੁਰੂ ਦਾ। ਤੇਰੇ ਮਨ ਦੇ ਵਿੱਚ ਸ਼ਰਧਾ ਹੈ, ਲੰਗਰਾਂ ਦੀ ਸੇਵਾ ਕਰਦਾ ਹੈ, ਤੇ ਕਹਿੰਦੇ ਜਿਹੜਾ ਤੇਰਾ ਅੰਦਰ ਸ਼ੈਤਾਨ ਹੈ, ਮਨ ਹੈ ਜਿਹੜਾ, ਕਹਿੰਦੇ ਉਹਨੂੰ ਪਾਲ ਰਿਹਾ ਹੈ। ਕਹਿੰਦੇ ਇਹ ਸਭ ਕੁਝ ਤਿਆਗ ਕੇ ਗੁਰਬਾਣੀ ਦੇ ਲੜ ਲੱਗ ਜਾ।
ਪਰ ਸਾਧ ਸੰਗਤ ਜੀ, ਗੁਰਬਾਣੀ ਨੇ ਸਾਨੂੰ ਕੀ ਸਮਝਾਣ ਕੀਤਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਸਾਰੇ ਜਿਹੜੇ ਵਹਿਮ ਭਰਮ ਨੇ ਉਹਨਾਂ ਨੂੰ ਦੂਰ ਕਰ ਦਿੱਤਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਲੰਗਰ ਪ੍ਰਥਾ ਚਲਾ ਦਿੱਤੀ। ਉਧਰੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੇ ਲੰਗਰ ਪ੍ਰਥਾ ਚਲਾਈ ਤੇ ਸਾਰੀਆਂ ਸੰਗਤਾਂ ਨੂੰ ਇੱਕ ਪੰਕਤਾਂ ਦੇ ਵਿੱਚ ਬੈਠ ਕੇ ਜਿਹੜਾ ਪ੍ਰਸ਼ਾਦਾ ਛਕਾਉਣਾ, ਵਹਿਮ ਭਰਮ ਦੂਰ ਕਰ ਦਿੱਤੇ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਨਗਰੀ ਦੇ ਵਿੱਚ ਸਦਾ ਹੀ ਗੁਰੂ ਦੇ ਲੰਗਰ ਚੱਲਦੇ ਰਹਿੰਦੇ ਨੇ, ਉੱਥੇ ਭੇਦਭਾਵ ਨਹੀਂ ਕੀਤਾ ਜਾਂਦਾ। ਪਰ ਬੜੀ ਕਿਰਪਾ ਰਹਿਮਤ ਹੈ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਯੋਧ ਜੀ ਦੇ ਜਿਹੜੇ ਵਹਿਮ ਭਰਮ ਨੇ ਉਹਨਾਂ ਨੂੰ ਕੱਟ ਦਿੱਤਾ ਤੇ ਉਹ ਗੁਰੂ ਦਾ ਸਿੱਖ ਬਣ ਗਿਆ, ਗੁਰੂ ਦੇ ਲੜ ਲੱਗ ਗਿਆ, ਕਿਉਂਕਿ ਉਹਨਾਂ ਨੇ ਸੱਚੇ ਮਨ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਦੀ ਸੇਵਾ ਕੀਤੀ। ਤੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਵੀ ਰੋਗ ਕੱਟ ਦਿੱਤੇ, ਉਹਨਾਂ ਦੇ ਵਹਿਮ ਭਰਮ ਦੂਰ ਕਰ ਦਿੱਤੇ। ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਏ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਤੇ ਬੜੀ ਕਿਰਪਾ